ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਜਿਹੜੇ ਪਾਠ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਔਰਤਾਂ ਨੇ ਬਦਲੀ ਦੁਨੀਆ, ਜਿਹਨੂੰ ਤੁਸੀਂ ਵੂਮਨਸ ਚੇਂਜ ਦ ਵਰਲਡ ਕਹਿ ਸਕਦੇ ਹੋ। ਇਹ ਜਿਹੜਾ ਪਾਠ ਹੈਗਾ NCERT ਦੀ ਕਿਤਾਬ ਵਿੱਚੋਂ ਲਿਆ ਗਿਆ ਪਾਠ, ਪੋਲੀਟੀਕਲ ਸਾਇੰਸ 7th ਕਲਾਸ ਦੀ ਮੈਂ ਗੱਲ ਕਰ ਰਿਹਾ। ਉਸ ਚੈਪਟਰ ਵਿੱਚੋਂ ਕਹਿ ਸਕਦੇ ਹਾਂ, ਉਸ ਕਿਤਾਬ ਵਿੱਚੋਂ ਲਿਆ ਗਿਆ ਪਾਠ ਹੈਗਾ ਜਿਹਦਾ ਨਾਮ ਹੈਗਾ ਜੀ ਔਰਤਾਂ ਨੇ ਬਦਲੀ ਦੁਨੀਆ। ਔਰਤਾਂ ਨੇ ਆਪਦੇ ਸਿੱਖਿਆ ਲਈ ਕਿਵੇਂ ਲੜਾਈ ਕੀਤੀ ਐਂਡ ਕੁਝ ਐਗਜ਼ਾਮਪਲਸ ਵੀ ਵੇਖਾਂਗੇ ਕਿ ਜਿਨ੍ਹਾਂ ਔਰਤਾਂ ਨੂੰ ਕੋਈ ਰਾਈਟ ਜਾਂ ਫਿਰ ਕਹਿ ਸਕਦੀਆਂ ਕਿ ਪੜ੍ਹਨ ਦੀ ਪਰਮਿਸ਼ਨ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਵੇਂ ਪੜ੍ਹਾਈ ਕੀਤੀ ਐਂਡ ਆਪਣੀ ਸਮਾਜ ਦੀ ਕਿਸ ਤਰ੍ਹਾਂ ਦੀ ਸੋਚ ਹੈਗੀ ਆ। ਜੇਕਰ ਆਪਾਂ ਕੁੜੀਆਂ ਦੀ ਪੜ੍ਹਾਈ ਨੂੰ ਲੈ ਕੇ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦੇ ਕਾਨੂੰਨ ਸਰਕਾਰ ਦੁਆਰਾ ਪਾਸ ਕੀਤੇ ਗਏ ਨੇ, ਵੂਮੈਨਸ ਨੇ ਕਿਸ ਤਰ੍ਹਾਂ ਦੇ ਅੰਦੋਲਨ ਕੀਤੇ ਤਾਂ ਜੋ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਅਧਿਕਾਰ ਨੇ, ਕਹਿ ਸਕਦੇ ਹਾਂ ਕਿ ਇਹਨਾਂ ਦੇ ਪੱਖ ਵਿੱਚ ਜਿਹੜੇ ਅਧਿਕਾਰ ਬਣਾਏ ਗਏ ਨੇ ਉਹ ਕਿਸ ਤਰ੍ਹਾਂ ਬਣਾਏ ਗਏ, ਇਹਦੀ ਵੀ ਆਪਾਂ ਗੱਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਐਂਡ ਜਿਹੜੀ ਇਹ ਵੀਡੀਓ ਹੈਗੀ ਆ ਜੀ ਤੁਹਾਡੇ PS ਟੈਟ CTET ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈਗੀ ਆ। ਐਂਡ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਪਣੇ ਇਸ ਚੈਨਲ ਦੀਆਂ ਵੀਡੀਓਜ਼ ਦਾ ਬੜਾ ਹੀ ਇੰਤਜ਼ਾਰ ਰਹਿੰਦਾ ਆ, ਬਟ ਮੈਂ ਬਹੁਤ ਜ਼ਿਆਦਾ ਟਾਇਰਡ ਹੁੰਦਾ ਆ। ਅੱਜ ਵੀ ਮੇਰਾ ਕੋਈ ਦਿਲ ਨਹੀਂ ਸੀ ਕਰ ਰਿਹਾ ਇਸ ਵੀਡੀਓ ਨੂੰ ਬਣਾਉਣ ਦਾ, ਬਟ ਮੈਨੂੰ ਪਤਾ ਆ ਕਿ ਕੁਝ ਸਟੂਡੈਂਟ ਜਦੋਂ ਮੈਂ ਇਹ ਵੀਡੀਓ ਅਪਲੋਡ ਕਰ ਦਊਂਗਾ ਤੇ ਉਹਨਾਂ ਨੇ ਕਮੈਂਟ ਕਰਕੇ ਕਹਿਣਾ ਆ ਕਿ ਸਰ ਵੀਡੀਓਜ਼ ਰੋਜ਼ ਅਪਲੋਡ ਕਰਿਆ ਕਰੋ, ਬਟ ਜਿਹੜਾ ਨੋਟਸ ਬਣਾਉਣ ਦਾ ਕੰਮ ਹੈਗਾ ਜੀ ਉਹ ਕਾਫੀ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦਾ ਆ। ਸੋ ਇਸ ਕਰਕੇ ਹੀ ਮੈਂ ਇਸ PDF ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਹੋਪ ਸੋ ਇਸ PDF ਤੋਂ ਪੜ੍ਹਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਜਾਂ ਫਿਰ ਸਮੱਸਿਆ ਨਹੀਂ ਆਊਗੀ। ਜੇਕਰ ਦਿੱਕਤ ਜਾਂ ਫਿਰ ਸਮੱਸਿਆ ਨਹੀਂ ਆਊਗੀ, ਇਸ ਤਰ੍ਹਾਂ ਦੀਆਂ PDF ਤੋਂ ਤੁਸੀਂ ਪੜ੍ਹ ਸਕਦੇ ਹੋ। ਵੈਸੇ ਇਹ PDF NCERT ਦੀਆਂ ਹੀ ਹੈਗੀਆਂ ਆ, ਟਰਾਂਸਲੇਸ਼ਨ ਕੀਤੀ ਹੋਈ ਹੈ, ਜਸਟ ਗੂਗਲ ਟਰਾਂਸਲੇਟ ਦੀ ਮੈਂ ਗੱਲ ਕਰ ਰਿਹਾ। ਜੇਕਰ ਸਮੱਸਿਆ ਨਹੀਂ ਆਉਂਦੀ, ਚੈਪਟਰ ਸਮਝ ਆ ਗਿਆ ਜਦੋਂ ਮੈਂ ਇਹ ਵੀਡੀਓ ਖਤਮ ਕਰ ਦਿੱਤੀ, ਲਾਸਟ ਤੇ ਤੁਸੀਂ ਜੇਕਰ ਕਮੈਂਟ ਕਰਕੇ ਦੱਸਦੇ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ, ਤੇ ਮੈਂ ਇਸ ਤਰ੍ਹਾਂ ਹੀ ਰੋਜ਼ ਵੀਡੀਓ ਪ੍ਰੋਵਾਈਡ ਕਰਵਾ ਦਿਆ ਕਰੂੰਗਾ। ਫਿਰ ਕੋਈ ਨੋਟਸ ਬਣਾਉਣ ਦਾ ਇਸ਼ੂ ਰਹਿਣਾ ਹੀ ਨਹੀਂ ਐਂਡ ਮੈਂ ਰੋਜ਼ ਵੀਡੀਓਜ਼ ਪ੍ਰੋਵਾਈਡ ਕਰਵਾ ਦਿਆ ਕਰੂੰਗਾ। ਸੋ ਜਿੰਨੀਆਂ ਵੀ ਗੱਲਾਂ ਆਪਾਂ ਡਿਸਕਸ ਕਰਾਂਗੇ, ਤੁਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਇੱਕ ਵਾਰ ਨਹੀਂ ਸੁਣਨਾ, ਵਾਰ-ਵਾਰ ਸੁਣਨਾ ਆ, ਕਿਉਂਕਿ ਇਹ ਜਿਹੜੇ ਟੌਪਿਕ ਹੁੰਦੇ ਨੇ ਜੀ ਇੱਕ ਵਾਰ ਵਿੱਚ ਯਾਦ ਨਹੀਂ ਹੁੰਦੇ। ਹੋ ਸਕੇ ਤਾਂ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਐਂਡ ਈਵਨ ਜਿਹੜੇ ਇੰਪੋਰਟੈਂਟ ਪੁਆਇੰਟਸ ਹੋਣਗੇ ਮੈਂ ਉਹਦੇ ਬਾਰੇ ਵੀ ਤੁਹਾਨੂੰ ਨਾਲ ਦੱਸਦਾ ਰਹੂੰਗਾ। ਜੇਕਰ ਤੁਹਾਨੂੰ SST ਦਾ ਊੜਾ ਐੜਾ ਵੀ ਨਹੀਂ ਆਉਂਦਾ, ਕੋਈ ਗੱਲ ਨਹੀਂ, ਤੁਸੀਂ ਜਸਟ ਆਪਣੇ ਨਾਲ ਜੁੜੇ ਰਹੋ। ਆਪਾਂ ਲਾਸਟ ਤੱਕ ਸਾਰੀਆਂ ਗੱਲਾਂ ਨੂੰ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ। ਸੋ ਆਪਾਂ ਗੱਲ ਕਿਹਦੀ ਕਰਨੀ ਆ? ਔਰਤਾਂ ਦੀ ਕਰਨੀ ਆ। ਪ੍ਰੀਵੀਅਸ ਪਾਰਟ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਫੀਮੇਲਸ ਨਾਲ ਕਿਵੇਂ ਵਿਤਕਰਾ ਕੀਤਾ ਜਾਂਦਾ ਆ ਐਂਡ ਮੁਸਲਿਮ ਕਮਿਊਨਿਟੀਜ਼ ਦੀਆਂ ਜਿਹੜੀਆਂ ਵੂਮੈਨਸ ਨੇ ਜੀ ਉਹ ਵੀ ਵੇਖੋ ਪੜ੍ਹਾਈ ਲਿਖਾਈ ਵਿੱਚ ਪਿੱਛੇ ਹੈਗੀਆਂ ਨੇ। ਕਿਉਂਕਿ ਉਹਨਾਂ ਨੂੰ ਮੌਕੇ ਹੀ ਨਹੀਂ ਮਿਲਦੇ ਐਂਡ ਔਰਤਾਂ ਦੁਆਰਾ ਜਿਹੜਾ ਘਰਾਂ ਵਿੱਚ ਕੰਮ ਕੀਤਾ ਜਾਂਦਾ ਆ ਉਹਦੀ ਵੀ ਕਹਿ ਸਕਦੇ ਹਾਂ ਕਿ ਵੈਲਿਊ ਇੰਨੀ ਜ਼ਿਆਦਾ ਨਹੀਂ ਕੀਤੀ ਜਾਂਦੀ। ਉਸ ਕੰਮ ਦੇ ਇਨ ਰਿਟਰਨ ਦੇ ਵਿੱਚ ਫੀਮੇਲਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਜਿਵੇਂ ਕਿ ਘਰੇਲੂ ਕੰਮ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕੰਮ ਘਰੇਲੂ ਕੰਮ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਘਰੇਲੂ ਕੰਮ ਫੀਮੇਲਸ ਦੁਆਰਾ ਕੀਤੇ ਜਾਂਦੇ ਆ, ਉਹਦੇ ਨਾਲ ਉਹ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਵੀ ਕਰਦੀਆਂ ਨੇ, ਖਾਣਾ ਵੀ ਬਣਾਉਂਦੀਆਂ ਨੇ। ਨੌਕਰੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਕੰਮ ਦੀ ਇੰਨੀ ਜ਼ਿਆਦਾ ਵੈਲਿਊ ਨਹੀਂ ਹੁੰਦੀ ਜੇਕਰ ਆਪਾਂ ਫੀਮੇਲਸ ਦੀ ਗੱਲ ਕਰ ਰਹੇ ਹਾਂ। ਤੇ ਇਸ ਚੈਪਟਰ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਘਰ ਤੋਂ ਬਾਹਰ ਦੇ ਕੰਮ ਕਿਵੇਂ ਕਰਦੀਆਂ ਨੇ ਐਂਡ ਇਹਨਾਂ ਫੀਮੇਲਸ ਨੇ ਸੰਘਰਸ਼ ਕਿਵੇਂ ਕੀਤਾ ਆਪਦੇ ਹੱਕਾਂ ਲਈ ਐਂਡ ਸਿੱਖਿਆ ਦਾ ਕੀ ਰੋਲ ਰਿਹਾ, ਕਿਉਂਕਿ ਸਿੱਖਿਆ ਦੇ ਕਰਕੇ ਹੀ ਉਹ ਨਵੀਆਂ ਜੌਬਸ, ਨਿਊ ਓਪਰਚੁਨਿਟੀਜ਼ ਉਹਨਾਂ ਨੂੰ ਮਿਲੀਆਂ, ਜਿਹਦੇ ਕਰਕੇ ਉਹ ਬਾਹਰ ਨਿਕਲ ਸਕੀਆਂ ਤੇ ਜੌਬਸ ਹਾਸਲ ਕਰ ਸਕੀਆਂ ਐਂਡ ਜੌਬ ਕਰ ਸਕਦੀਆਂ ਸੀਗੀਆਂ ਜਿਹੜੀਆਂ ਫੀਮੇਲਸ ਹੈਗੀਆਂ ਸੀ। ਸੋ ਉਹਨਾਂ ਨੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਇਹਦੇ ਬਾਰੇ ਹੀ ਆਪਾਂ ਗੱਲ ਕਰਾਂਗੇ। ਐਂਡ ਇਸ ਤੋਂ ਪਹਿਲਾਂ ਇੱਕ ਮੈਡਮ ਹੈਗੇ ਆ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਆ, ਉਹਦੇ ਵਿੱਚ 30 ਬੱਚੇ ਹੈਗੇ ਆ। 30 ਬੱਚਿਆਂ ਦੇ ਵਿੱਚੋਂ ਇਹ ਜਸਟ ਵੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਕੀ ਸੋਚਦੇ ਨੇ, ਆਪਾਂ ਵਿਮੈਨਸ ਨੂੰ ਲੈ ਕੇ, ਕੁੜੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਸਟੀਰੀਓਟਾਈਪ ਬਣਾਏ ਹੋਏ ਨੇ। ਸਟੀਰੀਓਟਾਈਪ ਆਪਾਂ ਰੂੜੀਵਾਦੀ ਸੋਚ ਨੂੰ ਕਹਿ ਦਿੰਦੇ ਆ।
ਜਿਵੇਂ ਕਿ ਟੀਚਰ ਨੇ ਪੁੱਛਿਆ ਕਿ ਜਿਵੇਂ ਕਲਾਸ ਸੀਗੀ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਅਧਿਆਪਕ ਜਦੋਂ ਆਪਾਂ ਨਾਮ ਲੈਂਦੇ ਆ ਤੇ ਤੁਹਾਡੇ ਦਿਲ ਵਿੱਚ ਦਿਮਾਗ ਵਿੱਚ ਕੀ ਆਉਂਦਾ ਆ ਕਿ ਜਿਹੜੇ ਟੀਚਰ ਹੁੰਦੇ ਆ ਉਹ ਮੈਡਮਾਂ ਹੋਣਗੀਆਂ ਜਾਂ ਫਿਰ ਸਰ ਹੋਣਗੇ। ਸੋ ਇਹਦੇ ਵਿੱਚ ਵੇਖੋ ਇਹ 30 ਬੱਚਿਆਂ ਦੇ ਵਿੱਚੋਂ ਜਿਹੜੇ ਚਿੱਤਰ ਬਣਾਏ ਗਏ ਆ ਉਹ ਕਹਿੰਦੇ ਕਿ ਜਿਹੜੇ ਅਧਿਆਪਕ ਹੈਗੇ ਆ ਉਹ 25 ਕਹਿ ਸਕਦੇ ਆ ਔਰਤ ਹੋਣਗੀਆਂ, ਫੀਮੇਲਸ ਹੋਣਗੀਆਂ। ਇਸ ਤਰ੍ਹਾਂ ਹੀ ਜਦੋਂ ਮਰਦਾਂ ਦੀ ਗੱਲ ਕੀਤੀ ਗਈ ਕਿ ਮਰਦ ਚਿੱਤਰ ਸਿਰਫ 5 ਜਣਿਆਂ ਨੇ ਬਣਾਏ। ਮਤਲਬ ਇਹ ਕਿ ਜਦੋਂ ਆਪਾਂ ਅਧਿਆਪਕ ਦਾ ਨਾਮ ਲੈਂਦੇ ਆ ਤੇ ਬੱਚਿਆਂ ਦੇ ਮਨ ਵਿੱਚ ਆਉਂਦਾ ਕਿ ਬਈ ਇਹ ਤਾਂ ਮੈਡਮ ਹੀ ਬਣਦੇ ਆ, ਜਿਹੜੇ ਹੁੰਦੇ ਹੈਗੇ ਆ ਟੀਚਰ ਸਿਰਫ ਮੈਡਮਾਂ ਹੀ ਬਣਦੀਆਂ ਨੇ। ਕਿਸਾਨ ਦੀ ਗੱਲ ਕੀਤੀ ਤੇ ਕਿਸਾਨ ਵਿੱਚੋਂ ਕਿਸੇ ਨੇ ਵੀ ਔਰਤ ਦਾ ਨਹੀਂ ਦੱਸਿਆ। ਉਹਨਾਂ ਨੂੰ ਲੱਗਦਾ ਕਿ ਜਿਹੜੇ ਸਾਰੇ ਕਿਸਾਨ ਹੁੰਦੇ ਹੈਗੇ ਆ ਉਹ ਸਿਰਫ ਮੇਲ ਬੰਦੇ ਹੀ ਹੁੰਦੇ ਆ, ਕੋਈ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਫੀਮੇਲਸ ਔਰਤਾਂ ਹੁੰਦੀਆਂ ਨੇ ਉਹ ਕਿਸਾਨ ਨਹੀਂ ਹੁੰਦੀਆਂ। ਕਾਰਖਾਨਾ ਮਜ਼ਦੂਰ ਦੀ ਗੱਲ ਕੀਤੀ ਗਈ ਤੇ ਇੱਥੇ ਵੀ ਇਹਨਾਂ ਨੇ ਕਿਹਾ ਕਿ 25 ਮਰਦ ਚਿੱਤਰ ਤੇ ਜਿਹੜੀਆਂ ਔਰਤ ਚਿੱਤਰ ਇਹਨਾਂ ਨੇ 5 ਬਣਾਏ। ਨਰਸਾਂ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਤੇ ਲੋਕਾਂ ਨੂੰ ਲੱਗਦਾ ਆ ਕਿ ਸਾਰੀਆਂ ਉਹ ਕੁੜੀਆਂ ਹੀ ਹੁੰਦੀਆਂ ਆ ਜਿਹੜੀਆਂ ਨਰਸਾਂ ਹੁੰਦੀਆਂ, ਬਟ ਇਹ ਗੱਲ ਗਲਤ ਹੈਗੀ ਆ। ਈਵਨ ਮੇਲ ਜਿਹੜੇ ਬੰਦੇ ਹੁੰਦੇ ਆ ਉਹ ਵੀ ਕੀ ਹੁੰਦੇ ਹੈਗੇ ਆ ਜੀ, ਨਰਸ ਹੁੰਦੇ ਆ। ਜਦੋਂ ਇੱਥੇ ਸਾਇੰਟਿਸਟ ਦੀ ਗੱਲ ਕੀਤੀ ਗਈ ਤੇ ਸਾਇੰਟਿਸਟ ਦੀ ਇੱਥੇ ਗੱਲ ਕੀਤੀ ਗਈ ਕਿ ਇਹ 25 ਹੋਣਗੇ ਤੇ ਫੀਮੇਲਸ 5 ਹੋਣਗੀਆਂ। ਮਤਲਬ ਕਿ ਆਪਾਂ ਇੱਥੇ ਕੀ ਸਮਝ ਰਹੇ ਹਾਂ ਇਸ ਪੈਰਾਗ੍ਰਾਫ ਤੋਂ? ਇਸ ਪੈਰਾਗ੍ਰਾਫ ਤੋਂ ਆਪਾਂ ਇਹ ਸਮਝ ਰਹੇ ਹਾਂ ਕਿ ਆਪਾਂ ਇੱਕ ਸਟੀਰੀਓਟਾਈਪ ਰੂੜੀਵਾਦੀ ਸੋਚ ਬਣਾਈ ਹੋਈ ਹੈ, ਜਿਸ ਦੇ ਅਕੋਰਡਿੰਗ ਆਪਾਂ ਕੀ ਕਹਿੰਦੇ ਆ, ਆਪਾਂ ਕਹਿੰਦੇ ਆ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ, ਫੀਮੇਲਸ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਪਿੱਛੇ ਰਹਿ ਜਾਂਦੀਆਂ ਆ, ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਉਹ ਫੀਮੇਲਸ ਨੂੰ ਛੇਤੀ ਨਹੀਂ ਸਮਝ ਲੱਗਦੀਆਂ। ਬਟ ਜਿਹੜੇ ਮੁੰਡੇ ਹੁੰਦੇ ਨੇ ਇਹ ਟੈਕਨੀਕਲ ਚੀਜ਼ਾਂ ਇਹ ਛੇਤੀ ਸਮਝ ਜਾਂਦੇ ਆ, ਜਿਹਦੇ ਕਰਕੇ ਉਹ ਕੀ ਬਣਦੇ ਆ ਜੀ, ਵਿਗਿਆਨੀ ਬਣਦੇ ਆ, ਜ਼ਿਆਦਾ ਵਿਗਿਆਨੀ ਬਣਦੇ ਆ। ਮਤਲਬ ਇੱਕ ਇਹਨਾਂ ਨੇ ਇੱਕ ਡਾਟਾ ਵੀ ਵਿਖਾਇਆ ਹੋਇਆ ਆ, ਤੁਸੀਂ ਡਾਟਾ ਵੇਖ ਸਕਦੇ ਹੋ। ਇਸ ਡਾਟੇ ਅਕੋਰਡਿੰਗ ਲਗਭਗ 83.6% ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਖੇਤੀਬਾੜੀ ਦੇ ਕੰਮ ਵਿੱਚ ਲੱਗੀਆਂ ਹੋਈਆਂ ਨੇ। ਬਟ ਲੋਕਾਂ ਨੂੰ ਤਾਂ ਲੱਗਦਾ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ, ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਤਾਂ ਕਿਸਾਨ ਹੋ ਹੀ ਨਹੀਂ ਸਕਦੀਆਂ। ਸੋ ਇਹ ਜਿਹੜਾ 83.6% ਕੰਮ ਫਿਰ ਕਿਹੜੀਆਂ ਫੀਮੇਲਸ ਦੁਆਰਾ ਕੀਤਾ ਜਾ ਰਿਹਾ, ਸਮਝ ਰਹੇ ਹੋ ਨਾ ਮੇਰੀ ਗੱਲ ਨੂੰ? ਸੋ ਇਹ ਜਿਹੜਾ ਡਾਟਾ ਹੈਗਾ ਆ ਇਹ 2004 ਤੇ 5 ਦਾ ਡਾਟਾ ਆ, ਜਿਸ ਦੇ ਅਕੋਰਡਿੰਗ ਭਾਰਤ ਵਿੱਚ 83.6% ਜਿਹੜੀਆਂ ਔਰਤਾਂ ਨੇ, ਕੰਮਕਾਜੀ ਔਰਤਾਂ ਦੀ ਮੈਂ ਗੱਲ ਕਰ ਰਿਹਾ, ਕਿ ਖੇਤੀਬਾੜੀ ਦੇ ਕੰਮਾਂ ਵਿੱਚ ਲੱਗੀਆਂ ਹੋਈਆਂ ਨੇ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਕਿ ਘੱਟ ਮੌਕੇ ਅਤੇ ਸਖਤ ਉਮੀਦਾਂ। ਇੱਥੇ ਰਿਜਿਡ ਐਕਸਪੈਕਟੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹਨਾਂ ਨੂੰ ਇੰਨੇ ਜ਼ਿਆਦਾ ਮੌਕੇ ਨਹੀਂ ਦਿੱਤੇ ਜਾਂਦੇ ਐਂਡ ਉਹਨਾਂ ਤੋਂ ਉਮੀਦਾਂ ਵੀ ਕੁਝ ਖਾਸ ਨਹੀਂ ਰੱਖੀਆਂ ਜਾਂਦੀਆਂ। ਜਿਵੇਂ ਲੋਕਾਂ ਨੇ ਕੁਝ ਸਟੀਰੀਓਟਾਈਪ ਜਾਂ ਫਿਰ ਰੂੜੀਵਾਦੀ ਸੋਚ ਬਣਾਈ ਹੋਈ ਹੈ ਕਿ ਜਿਹੜੀਆਂ ਔਰਤਾਂ ਹੁੰਦੀਆਂ ਨੇ ਇਹ ਨਰਸਿਸ ਵਧੀਆ ਬਣ ਸਕਦੀਆਂ ਨੇ। ਕਿਉਂ? ਕਿਉਂਕਿ ਇਹਨਾਂ ਵਿੱਚ ਪੇਸ਼ੈਂਸ ਜ਼ਿਆਦਾ ਹੁੰਦੇ ਆ, ਇਹਨਾਂ ਵਿੱਚ ਧੀਰਜ ਜ਼ਿਆਦਾ ਹੁੰਦਾ ਐਂਡ ਇਹ ਕੋਮਲ ਹੁੰਦੀਆਂ ਨੇ, ਸੌਫਟ ਹੁੰਦੀਆਂ ਨੇ। ਸੋ ਮਤਲਬ ਇਹ ਕੀ ਹੈ, ਮਤਲਬ ਇਹ ਤਾਂ ਇੱਕ ਰੂੜੀਵਾਦੀ ਸੋਚ ਹੈਗੀ ਆ। ਐਂਡ ਇਹਦੇ ਵਿੱਚ ਹੋਰ ਵੀ ਗੱਲਾਂ ਦੱਸੀਆਂ ਹੋਈਆਂ ਨੇ। ਇਹਦੇ ਵਿੱਚ ਦੱਸਿਆ ਹੋਇਆ ਕਿ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀਗੀ ਕਿ ਵਿਗਿਆਨ ਨੂੰ ਇਹ ਤਕਨੀਕੀ ਦਿਮਾਗ ਦੀ ਲੋੜ ਹੁੰਦੀ ਹੈ, ਜਿਹਦੇ ਕਰਕੇ ਲੜਕੀਆਂ ਤੇ ਔਰਤਾਂ ਤਕਨੀਕੀ ਚੀਜ਼ਾਂ ਨਾਲ ਮਤਲਬ ਕਹਿ ਸਕਦੇ ਆ ਕਿ ਇਹ ਡੀਲ ਨਹੀਂ ਕਰ ਸਕਦੀਆਂ। ਇੱਥੇ ਇਹ ਗੱਲ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈਗੀ ਆ? ਬਿਲਕੁਲ ਸਹੀ ਨਹੀਂ ਹੈਗੀ, ਇਹ ਤਾਂ ਰੂੜੀਵਾਦੀ ਸੋਚ ਹੈ ਇੱਕ। ਐਂਡ ਇਸ ਤਰ੍ਹਾਂ ਦੀ ਰੂੜੀਵਾਦੀ ਸੋਚ ਨੂੰ ਇੱਕ ਡਰਾਈਵਰ ਹੈਗੇ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਲక్ష్ਮੀ ਨਾਮ ਦੀ ਇੱਕ ਲੜਕੀ ਹੈਗੀ ਆ 27 ਸਾਲਾਂ ਦੀ। ਇਹ ਝਾਰਖੰਡ ਤੋਂ ਇੱਕ ਬੜੇ ਹੀ ਗਰੀਬ ਆਦੀਵਾਸੀ ਪਰਿਵਾਰ ਤੋਂ ਬਿਲੋਂਗ ਕਰਦੇ ਆ। ਇਹਨਾਂ ਨੇ ਇੱਕ ਕਹਿ ਸਕਦੇ ਆ ਕਿ ਉੱਤਰੀ ਰੇਲਵੇ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਉੱਤਰੀ ਨਾਰਥਰਨ ਰੇਲਵੇ ਵਿੱਚ ਇਹਨਾਂ ਨੇ ਪਹਿਲੀ ਮਹਿਲਾ ਇੰਜਨ ਡਰਾਈਵਰ ਬਣ ਕੇ ਇਹ ਜਿਹੜੀ ਰੂੜੀਵਾਦ ਹੈਗੀ ਆ, ਸਟੀਰੀਓਟਾਈਪ ਹੈਗੀ ਆ ਜੀ, ਇਹਨੂੰ ਇਹਨਾਂ ਨੇ ਤੋੜਿਆ ਆ। ਮਤਲਬ ਜਿਹੜੇ ਲੋਕ ਕਹਿੰਦੇ ਆ ਨਾ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਇਸ ਤਰ੍ਹਾਂ ਦੇ ਕੰਮ ਨਹੀਂ ਕਰ ਸਕਦੀਆਂ, ਇੱਕ ਲక్ష్ਮੀ ਨਾਮ ਦੀ ਫੀਮੇਲ ਡਰਾਈਵਰ ਬਣ ਕੇ ਇਹਨਾਂ ਨੇ ਇਹ ਜਿਹੜਾ ਰੂੜੀਵਾਦ ਸੀਗਾ ਇਹਨੂੰ ਤੋੜਿਆ। ਐਂਡ ਇਸ ਤਰ੍ਹਾਂ ਹੀ ਇਹ ਗਰੀਬ ਪਰਿਵਾਰ ਤੋਂ ਸੀਗੇ, ਇਹਨਾਂ ਦੇ ਮਾਤਾ ਪਿਤਾ ਪੜ੍ਹੇ ਲਿਖੇ ਨਹੀਂ ਸੀ ਐਂਡ ਘਰ ਵਿੱਚ ਇੰਨੀਆਂ ਜ਼ਿਆਦਾ ਮੁਸ਼ਕਲਾਂ ਹੋਣ ਦੇ ਬਾਅਦ ਵੀ ਇਹਨਾਂ ਨੇ ਬੜੀ ਸਖਤ ਮਿਹਨਤ ਕੀਤੀ। ਲੋਕ ਕਹਿੰਦੇ ਸੀਗੇ ਕਿ ਤੁਸੀਂ ਨਹੀਂ ਕਰ ਸਕਦੇ, ਫਿਰ ਵੀ ਇਹਨਾਂ ਨੇ ਜਿਹੜਾ ਕੰਮ ਸੀਗਾ ਇਹ ਕਰਕੇ ਵਿਖਾਇਆ। ਤੇ ਇਹਨਾਂ ਨੇ ਇਲੈਕਟ੍ਰੋਨਿਕਸ ਦਾ ਡਿਪਲੋਮਾ ਵਗੈਰਾ ਕਰਕੇ ਇਹ ਕਹਿ ਸਕਦੇ ਹਾਂ ਕਿ ਰੇਲਵੇ ਇੰਜਨ ਦੇ ਜਿਹੜੇ ਡਰਾਈਵਰ ਹੈਗੇ ਜੀ ਇਹ ਬਣ ਕੇ ਇਹਨਾਂ ਨੇ ਵਿਖਾਇਆ। ਐਂਡ ਇਹ ਸਿਰਫ ਕੁੜੀਆਂ ਨਾਲ ਨਹੀਂ ਹੁੰਦਾ, ਇਹ ਇਹੋ ਜਿਹਾ ਜਿਹੜਾ ਹੈਗਾ ਤੁਹਾਨੂੰ ਮੁੰਡਿਆਂ ਨਾਲ ਵੀ ਵੇਖਣ ਨੂੰ ਮਿਲਦਾ ਕਿ ਜੇਕਰ ਇੱਕ ਮੁੰਡਾ
ਵਧੀਆ ਤਰੀਕੇ ਨਾਲ ਬਿਹੇਵ ਨਹੀਂ ਕਰ ਰਿਹਾ ਮੁੰਡਿਆਂ ਵਾਂਗ, ਤੇ ਉਹਨੂੰ ਕੀ ਕੀਤਾ ਜਾਊਗਾ ਜੀ, ਛੇੜਿਆ ਜਾਂਦਾ ਆ। ਬਾਕੀ ਮੁੰਡਿਆਂ ਦੁਆਰਾ ਟੀਜ਼ ਕੀਤਾ ਜਾਂਦਾ ਆ। ਜੇਕਰ ਉਹ ਪ੍ਰੋਫੈਸ਼ਨ ਵਧੀਆ ਨਾ ਚੂਜ਼ ਕਰੇ, ਫਿਰ ਵੀ ਕਿਤੇ ਨਾ ਕਿਤੇ, ਜਾਂ ਫਿਰ ਕਹਿ ਸਕਦੇ ਹਾਂ ਗਲਤ ਸਟਰੀਮ ਚੂਜ਼ ਕਰ ਲਈ, ਫਿਰ ਵੀ ਉਹਦੇ ਪੇਰੈਂਟਸ ਵੱਲੋਂ ਫੋਰਸ ਕੀਤਾ ਜਾਂਦਾ। ਇੱਥੇ ਕਿਹਨਾਂ ਨੇ ਉਦਾਹਰਣ ਦਿੱਤੀ ਹੈ, ਸ਼ੇਵੀਅਰ ਨਾਮ ਦਾ ਇੱਕ ਲੜਕਾ ਹੈਗਾ ਆ, 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜਾ ਤੋਂ ਖੁਸ਼ ਸੀ। ਹਾਲਾਂਕਿ ਵਿਗਿਆਨ ਅਤੇ ਗਣਿਤ ਵਿੱਚ ਉਸਦੇ ਅੰਕ ਜ਼ਿਆਦਾ ਨਹੀਂ ਸਨ। ਮਤਲਬ ਕਿ ਇੱਥੇ ਇੱਕ ਸ਼ੇਵੀਅਰ ਨਾਮ ਦਾ ਲੜਕਾ ਆ, ਬੋਰਡ ਦੀ ਪ੍ਰੀਖਿਆਵਾਂ ਹੋ ਕੇ ਹਟੀਆਂ ਆ, 10ਵੀਂ ਦੀ ਮੈਂ ਗੱਲ ਕਰ ਰਿਹਾ, ਤੇ ਵਿਗਿਆਨ ਅਤੇ ਮੈਥ ਵਿੱਚ ਇਹਦੇ ਨੰਬਰ ਜ਼ਿਆਦਾ ਨਹੀਂ ਸੀਗੇ, ਬਟ ਉਹ ਖੁਸ਼ ਸੀ। ਕਿਉਂ ਖੁਸ਼ ਸੀਗਾ? ਕਿਉਂਕਿ ਇਤਿਹਾਸ ਵਿੱਚ, ਕਿਉਂਕਿ ਹਿਸਟਰੀ ਤੇ ਲੈਂਗੁਏਜ ਵਿੱਚ ਉਹਦੇ ਨੰਬਰ ਜਿਹੜੇ ਸੀਗੇ ਉਹ ਚੰਗੇ ਆਏ ਸੀਗੇ, ਜਿਹਦੇ ਕਰਕੇ ਉਹ ਖੁਸ਼ ਸੀਗਾ। ਬਟ ਜਦੋਂ ਉਹਦੇ ਮਾਤਾ ਪਿਤਾ ਨੇ ਇਹ ਕਾਰਡ ਵੇਖਿਆ, ਉਹ ਨਹੀਂ ਖੁਸ਼ ਹੋਏ। ਕਿਉਂ ਨਹੀਂ ਖੁਸ਼ ਹੋਏ? ਉਹਨਾਂ ਨੇ ਕਿਹਾ ਕਿ ਤੇਰੇ ਮੈਥ ਵਿੱਚ ਸਿਰਫ 65 ਨੰਬਰ ਹੀ ਆਏ ਆ, ਤੇ ਸਾਇੰਸ ਵਿੱਚ ਵੀ ਤੇਰੇ ਨੰਬਰ ਘੱਟ ਹੈਗੇ ਆ। ਤੇ ਫਿਰ ਇਸ ਬੱਚੇ ਨੇ ਕਿਹਾ ਕਿ ਜੀ ਮੇਰਾ ਤਾਂ ਇੰਟਰਸਟ ਹੀ ਹੈ ਨਹੀਂਗਾ, ਮੈਨੂੰ ਤਾਂ ਇਤਿਹਾਸ ਵਧੀਆ ਲੱਗਦਾ ਆ, ਤੇ ਮੈਂ ਮੈਥ ਨਹੀਂ ਲੈਣਾ ਚਾਹੁੰਦਾ। ਵਿਗਿਆਨ ਜਿਹੜਾ ਹੈਗਾ ਆ ਮੈਂ ਇਹ ਵੀ ਨਹੀਂ ਰੱਖਣਾ ਚਾਹੁੰਦਾ, ਮੈਂ ਤਾਂ ਹਿਸਟਰੀ ਪੜ੍ਹਨਾ ਚਾਹੁੰਦਾ ਆ। ਤੇ ਇਹਦੇ ਜਿਹੜੇ ਮਾਪਿਓ ਹੈਗੇ ਆ ਇਹਦੇ 'ਤੇ ਬੜਾ ਗੁੱਸਾ ਕਰਦੇ ਆ। ਇਹ ਕਹਿੰਦੇ ਕਿ ਨਹੀਂ ਤੈਨੂੰ ਆਪਦੇ ਭਵਿੱਖ ਦੀ ਪਰਵਾਹ ਨਹੀਂ ਹੈਗੀ ਆ, ਤੂੰ ਇਹ ਕੀ ਕਰ ਰਿਹਾ। ਮਤਲਬ ਇਹਨੂੰ ਮਾੜਾ ਚੰਗਾ ਬੋਲਦੇ ਆ ਕਿ ਇਹਦੇ ਨਾਲ ਤੈਨੂੰ ਫਿਊਚਰ ਵਿੱਚ ਕੀ ਮਿਲ ਜੂਗਾ। ਫਿਰ ਇਹ ਕਹਿੰਦਾ ਆ ਕਿ ਯਾਰ ਪਰ ਮੈਨੂੰ ਤਾਂ ਯਾਰ ਗਣਿਤ ਤੇ ਮੈਥ ਵਧੀਆ ਲੱਗਦਾ ਹੀ ਨਹੀਂ ਹੈਗਾ। ਫਿਰ ਇਹ ਕਹਿੰਦੇ ਕਿ ਆਪਦੀ ਮੰਮਾ ਨਾਲ ਗੱਲ ਕਰ। ਇਹਦੀ ਆਪਦੀ ਵਾਈਫ ਨੂੰ ਕਹਿੰਦਾ ਕਿ ਮੁੰਡੇ ਨੂੰ ਸਮਝਾ ਇਹ ਕੀ ਕਰੀ ਜਾਂਦਾ ਆ। ਫਿਰ ਇਹਦੀ ਮੰਮੀ ਕਹਿੰਦੀ ਕਿ ਸਮਝਦਾਰ ਬਣ, ਤੂੰ ਮੈਥ ਰੱਖ, ਮੈਥ ਦਾ ਵਿਸ਼ਾ ਜਿਹੜਾ ਹੈਗਾ ਆ ਬਹੁਤ ਜ਼ਰੂਰੀ ਹੈ। ਕੰਪਿਊਟਰ ਨਾਲ ਤੂੰ ਪੜ੍ਹ, ਨਾਲ ਕੰਪਿਊਟਰ ਦੇ ਵਿੱਚ ਨਾ ਮਾਰਕੀਟ ਦੇ ਵਿੱਚ ਕੰਪਿਊਟਰ ਦੀ ਬੜੀ ਡਿਮਾਂਡ ਹੈਗੀ ਆ। ਸੋ ਇੱਥੇ ਤੁਸੀਂ ਕੀ ਗੱਲ ਸਮਝੇ? ਅੱਜ ਕੱਲ੍ਹ ਇਹੀ ਤਾਂ ਹੋ ਰਿਹਾ, ਮਾਂ ਪਿਓ ਧੱਕੇ ਨਾਲ ਇਹ ਸਟਰੀਮਾਂ ਰਖਵਾਈ ਜਾਂਦੇ ਆ ਬੱਚਿਆਂ ਨੂੰ ਕਿ ਤੁਸੀਂ ਆਹ ਸਟਰੀਮ ਰੱਖ ਲਓ, ਸਾਇੰਸ ਰੱਖ ਲਓ, ਨੋਨ ਮੈਡੀਕਲ ਰੱਖ ਲਓ। ਅਤੇ ਜਦੋਂ ਕੰਪਾਰਟਮੈਂਟ ਆ ਜਾਂਦੀ ਹੈ, ਫਿਰ ਦੂਸਰਾ ਸਾਲ ਬਰਬਾਦ ਕਰਵਾ ਕੇ ਫਿਰ ਇਹਨੂੰ ਆਰਟਸ ਦੇ ਵਿੱਚ ਐਡਮਿਸ਼ਨ ਕਰਵਾ ਕੇ ਕਹਿਣਗੇ ਚੱਲ ਯਾਰ 12ਵੀਂ ਕਰ ਲਵੇ ਜਵਾਕ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਬੜੀ ਲੋੜ ਹੈਗੀ ਆ। ਪਹਿਲਾਂ ਟਾਈਮ ਦੇ ਵਿੱਚ ਤਾਂ ਫੀਮੇਲਸ ਨੂੰ ਸਕੂਲ ਜਾਣ ਤੋਂ ਰੋਕਿਆ ਜਾਂਦਾ ਸੀਗਾ, ਬਟ ਅੱਜ ਕੱਲ੍ਹ ਦੇ ਟਾਈਮ ਵਿੱਚ ਸਕੂਲ ਜਾਣਾ ਬੜਾ ਕਾਮਨ ਜਿਹਾ ਹੋ ਗਿਆ। ਉਸ ਪਰਿਵਾਰ ਨੂੰ ਵੀ ਅੱਜ ਕੱਲ੍ਹ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ। ਮਤਲਬ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਤਾਂ ਚਲੋ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਹੈਗੀਆਂ ਸੀ। ਅੱਜ ਦੇ ਟਾਈਮ ਵਿੱਚ ਸਕੂਲ ਬੜੀ ਕਾਮਨ ਜਿਹੀ ਚੀਜ਼ ਹੋ ਚੁੱਕੇ ਆ। ਹਰੇਕ ਪਰਿਵਾਰ ਵਿੱਚੋਂ ਜਿਨ੍ਹਾਂ ਨੇ ਕਦੇ ਪੜ੍ਹਾਈ ਲਿਖਾਈ ਨਹੀਂ ਕੀਤੀ ਉਹ ਵੀ ਆਪਦੇ ਬੱਚਿਆਂ ਨੂੰ ਸਕੂਲ ਭੇਜਦੇ ਆ। ਕਹਿਣਗੇ ਯਾਰ ਅਸੀਂ ਰੋਟੀ ਤਾਂ ਘੱਟ ਖਾਵਾਂਗੇ ਬਟ ਆਪਦੇ ਬੱਚਿਆਂ ਨੂੰ ਸਕੂਲ ਜ਼ਰੂਰ ਭੇਜਾਂਗੇ। ਬਟ ਕਿਤੇ ਨਾ ਕਿਤੇ ਇਸ ਦੇ ਵਿੱਚ ਵੀ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹਨਾਂ ਦੀ ਐਜੂਕੇਸ਼ਨ ਨੂੰ ਲੈ ਕੇ ਅਪੋਜ਼ ਕੀਤਾ ਜਾਂਦਾ, ਉਹਨਾਂ ਨੂੰ ਨਾ ਕੀਤੀ ਜਾਂਦੀ ਆ ਸਕੂਲ ਜਾਣ ਤੋਂ। ਕਿਉਂਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਕਿਸੇ ਨੂੰ ਸਕੂਲ ਭੇਜਣ ਦੀ ਲੋੜ ਹੀ ਨਹੀਂ ਪੈਂਦੀ ਸੀ। ਕਿਉਂ ਨਹੀਂ ਪੈਂਦੀ ਸੀ? ਕਿਉਂਕਿ ਉਸ ਟਾਈਮ ਦੇ ਵਿੱਚ ਮਾਂ ਪਿਓ ਜਿਹੜਾ ਆਪ ਕੰਮ ਕਰਦੇ ਸੀ ਉਹ ਸੇਮ ਕੰਮ ਬੱਚਿਆਂ ਨੂੰ ਸਿਖਾ ਦਿੰਦੇ ਸੀ। ਜਦੋਂ ਉਹ ਸੇਮ ਕੰਮ ਬੱਚੇ ਕਰ ਲੈਣਗੇ, ਮਾਂ ਪਿਓ ਕਰ ਰਹੇ ਸੀਗੇ, ਬੱਚੇ ਕਰਨ ਲੱਗ ਗਏ, ਅਤੇ ਮਾਂ ਪਿਓ ਨੂੰ ਲੱਗਦਾ ਯਾਰ ਹੁਣ ਕੀ ਲੋੜ ਹੈਗੀ ਆ ਬੱਚੇ ਨੂੰ ਸਕੂਲ ਭੇਜਣ ਦੀ। ਬਟ 19ਵੀਂ ਸ਼ਤਾਬਦੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, 19ਵੀਂ ਸਦੀ ਵਿੱਚ ਸਿੱਖਿਆ ਅਤੇ ਸਿੱਖਣ ਬਾਰੇ ਕਹਿੰਦੇ ਬਹੁਤ ਨਵੇਂ ਵਿਚਾਰ ਆਏ, ਜਿਹਦੇ ਵਿੱਚ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਕਿ ਜਿਹੜੇ ਸਕੂਲ ਸੀਗੇ ਬੜੇ ਕਾਮਨ ਜਿਹੇ ਹੋ ਗਏ। ਜਿਨ੍ਹਾਂ ਭਾਈਚਾਰਿਆਂ ਨੇ, ਕਮਿਊਨਿਟੀ ਨੇ ਕਦੇ ਸਕੂਲ ਨਹੀਂ ਸੀ ਭੇਜਿਆ ਆਪਦੇ ਬੱਚਿਆਂ ਨੂੰ, ਉਹਨਾਂ ਨੂੰ ਆਪ ਨੂੰ ਨਹੀਂ ਪੜ੍ਹਨਾ ਲਿਖਣਾ ਆਉਂਦਾ, ਉਹ ਵੀ ਆਪਦੇ ਬੱਚਿਆਂ ਨੂੰ ਸਕੂਲ ਭੇਜਦੇ ਹੈਗੇ ਆ। ਐਂਡ ਬਹੁਤ ਸਾਰੀਆਂ ਔਰਤਾਂ ਨੇ, ਮਰਦਾਂ ਨੇ ਲੜਕੀਆਂ ਲਈ ਸਕੂਲ ਖੋਲ੍ਹਣ ਦੇ ਯਤਨ ਵੀ ਕੀਤੇ। ਔਰਤਾਂ ਨੂੰ ਪੜ੍ਹਨਾ ਅਤੇ ਲਿਖਣਾ ਸਿੱਖਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ। ਇੱਕ ਇਸ ਤਰ੍ਹਾਂ ਦੀ ਉਦਾਹਰਣ ਵੀ ਦਿੱਤੀ ਹੋਈ ਹੈ ਜਿਨ੍ਹਾਂ ਦਾ ਨਾਮ ਕੀ ਹੈਗਾ, ਰਾਮਾ ਬਾਈ। ਕੀ ਨਾਮ ਹੈਗਾ ਜੀ? ਰਾਮਾ ਬਾਈ ਦਾ ਜਨਮ ਹੋਇਆ ਸੀਗਾ 1858 ਵਿੱਚ ਅਤੇ ਇਹਨਾਂ ਦੀ ਡੈਥ ਹੋਈ ਸੀਗੀ 1922 ਵਿੱਚ। ਇਹਨਾਂ ਦੀ ਗੱਲ ਕੀਤੀ ਜਾਂਦੀ ਆ ਕਿ ਇਹ ਕਦੇ ਵੀ ਸਕੂਲ ਨਹੀਂ ਗਏ, ਬਟ ਇਹਨਾਂ ਨੇ ਆਪਦੇ ਮਾਤਾ ਪਿਤਾ ਤੋਂ ਪੜ੍ਹਨਾ ਲਿਖਣਾ ਸਿੱਖਿਆ ਸੀਗਾ। ਇਹਨਾਂ ਨੂੰ ਪੰਡਿਤਾ ਦਾ ਖਿਤਾਬ ਵੀ ਦਿੱਤਾ ਗਿਆ ਸੀਗਾ। ਕਿਹਨਾਂ ਨੂੰ ਪੰਡਿਤਾ ਦਾ ਖਿਤਾਬ ਦਿੱਤਾ ਗਿਆ ਸੀਗਾ? ਰਾਮਾ ਬਾਈ ਨੂੰ। ਪੰਡਿਤਾ ਰਾਮਾ ਬਾਈ ਨਾਮ ਤੁਸੀਂ ਜ਼ਰੂਰ ਸੁਣਿਆ ਹੋਊਗਾ, ਇਹ ਤੁਸੀਂ ਯਾਦ ਕਰ ਲਿਓ, ਹੋ ਸਕਦਾ ਐਗਜ਼ਾਮ ਵਿੱਚ ਇਹ ਵੀ ਵੇਖਣ ਨੂੰ ਮਿਲੇ। ਪੰਡਿਤਾ ਰਾਮਾ ਬਾਈ, ਇਹਨਾਂ ਨੂੰ ਪੰਡਿਤਾ ਦਾ ਖਿਤਾਬ ਇਸ ਕਰਕੇ ਦਿੱਤਾ ਗਿਆ ਸੀਗਾ ਕਿਉਂਕਿ ਇਹ ਸੰਸਕ੍ਰਿਤ ਪੜ੍ਹ ਲਿਖ ਸਕਦੇ ਸੀਗੇ। ਕਿਹੜੇ ਟਾਈਮ ਦੇ ਵਿੱਚ? ਜਦੋਂ ਔਰਤਾਂ ਨੂੰ ਉਸ ਟਾਈਮ ਦੇ ਵਿੱਚ ਪੜ੍ਹਨ ਦੀ ਵੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਸੀਗੀ, ਅਤੇ ਉਹਨਾਂ ਨੇ 1898 ਵਿੱਚ ਖੇਡਗਾਓਂ ਵਿੱਚ ਇੱਕ ਮਿਸ਼ਨ ਦੀ ਸਥਾਪਨਾ ਕੀਤੀ ਸੀਗੀ, ਜਿੱਥੇ ਵਿਧਵਾਵਾਂ ਨੂੰ, ਜਿਹੜੀਆਂ ਵਿਡੋਜ਼ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਵਾਲੇ ਨਹੀਂ ਹੁੰਦੇ, ਅਤੇ ਗਰੀਬ ਔਰਤਾਂ ਨੂੰ ਨਾ ਸਿਰਫ ਪੜ੍ਹਾਇਆ ਜਾਊਗਾ ਬਲਕਿ ਉੱਥੇ ਉਹਨਾਂ ਨੂੰ ਫ੍ਰੀ ਰਹਿਣਾ, ਮਤਲਬ ਕਿ ਫਰੀਡਮ, ਸੁਤੰਤਰ, ਡਿਪੈਂਡੈਂਟ ਨਾ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ। ਐਂਡ ਇੱਥੇ ਇਹਨਾਂ ਨੇ ਕਾਫੀ ਸਾਰੇ ਕੰਮ ਵੀ ਇਹਨਾਂ ਨੂੰ ਸਿਖਾਏ, ਜਾਂ ਫਿਰ ਕਹਿ ਸਕਦੇ ਹਾਂ ਤਰਖਾਣ ਤੋਂ ਲੈ ਕੇ, ਕਾਰਪੈਂਟਰ ਤੋਂ ਲੈ ਕੇ
ਪ੍ਰਿੰਟਿੰਗ ਪ੍ਰੈਸ ਚਲਾਉਣ ਤੱਕ ਦਾ ਜਿਹੜਾ ਹੁਨਰ ਸੀਗਾ, ਜਿਹੜੀ ਕਾਬਲੀਅਤ ਸੀਗੀ, ਇੱਥੇ ਸਿਖਾਈਆਂ ਜਾਂਦੀਆਂ ਸੀਗੀਆਂ। ਸੋ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਯਾਦ ਕਰ ਲਿਓ। ਰਾਮਾਬਾਈ ਦਾ ਜਨਮ ਕਹਿ ਸਕਦੇ ਹਾਂ 1858 ਦੇ ਵਿੱਚ ਹੋਇਆ, ਮੌਤ ਉਹਨਾਂ ਦੀ 1922 ਵਿੱਚ ਹੋਈ। ਇਹਨਾਂ ਨੂੰ ਪੰਡਿਤਾ ਦਾ ਖਿਤਾਬ ਕਿਉਂ ਦਿੱਤਾ ਗਿਆ ਸੀਗਾ? ਕਿਉਂਕਿ ਇਹ ਸੰਸਕ੍ਰਿਤ ਪੜ੍ਹ ਲਿਖ ਸਕਦੇ ਸੀਗੇ। ਕਿਹੜੇ ਟਾਈਮ ਦੇ ਵਿੱਚ? ਜਦੋਂ ਇਹਨਾਂ ਨੂੰ ਪੜ੍ਹਨ ਲਿਖਣ ਦੀ ਪਰਮਿਸ਼ਨ ਬਿਲਕੁਲ ਨਹੀਂ ਸੀਗੀ। 1898 ਵਿੱਚ ਇਹਨਾਂ ਨੇ ਇੱਕ ਖੇੜਗਾਂਵ ਵਿੱਚ ਇੱਕ ਮਿਸ਼ਨ ਦੀ ਸਥਾਪਨਾ ਕੀਤੀ ਸੀ, ਜਿੱਥੇ ਵਿਧਵਾਵਾਂ ਅਤੇ ਗਰੀਬ ਔਰਤਾਂ ਨੂੰ ਨਾ ਸਿਰਫ ਸਾਖਰ ਬਣਨ ਲਈ, ਸਗੋਂ ਉਹਨਾਂ ਨੂੰ ਡਿਪੈਂਡੈਂਟ ਨਾ ਰਹਿਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਐਂਡ ਇਹਨਾਂ ਦਾ ਇਹ ਜਿਹੜਾ ਮਿਸ਼ਨ ਸੀਗਾ ਅੱਜ ਵੀ ਚੱਲ ਰਿਹਾ ਕਾਫੀ। ਇਸ ਤੋਂ ਬਾਅਦ ਇੱਥੇ ਗੱਲ ਕੀਤੀ ਜਾਂਦੀ ਹੈ ਰਸ ਸੁੰਦਰੀ ਦੇਵੀ ਦੀ। ਰਸ ਸੁੰਦਰੀ ਦੇਵੀ ਦਾ ਜਨਮ ਹੋਇਆ ਸੀਗਾ 1800 ਵਿੱਚ, ਅਤੇ ਇਹਨਾਂ ਦੀ ਡੈਥ ਹੋਈ ਸੀਗੀ 1890 ਵਿੱਚ। ਇੱਥੇ ਇਹਨਾਂ ਨੇ ਦੱਸਿਆ ਆ ਕਿ ਇਹਨਾਂ ਦਾ ਜਨਮ ਕਹਿ ਸਕਦੇ ਹਾਂ ਲਗਭਗ 200 ਸਾਲ ਪਹਿਲਾਂ ਪੱਛਮੀ ਬੰਗਾਲ ਵਿੱਚ ਹੋਇਆ ਸੀਗਾ। 60 ਸਾਲ ਦੀ ਉਮਰ ਵਿੱਚ ਉਹਨਾਂ ਨੇ ਬੰਗਲਾ ਭਾਸ਼ਾ ਦੇ ਵਿੱਚ ਆਪਣੀ ਆਤਮ ਕਥਾ ਕਹਿ ਸਕਦੀਆਂ, ਸੈਲਫ ਬਾਇਓਗ੍ਰਾਫੀ, ਆਟੋਬਾਇਓਗ੍ਰਾਫੀ ਕਹਿ ਲਓ ਤੁਸੀਂ, ਕਿ ਲਿਖੀ ਗਈ ਸੀਗੀ ਇਹਨਾਂ ਦੁਆਰਾ, ਜਿਸ ਦਾ ਨਾਮ ਕੀ ਸੀਗਾ ਜੀ? ਅਮਰ ਜੀਵਨ। ਅਮਰ ਜੀਵਨ ਨਾਮ ਦੀ ਇਹਨਾਂ ਨੇ ਇੱਕ ਆਤਮ ਕਥਾ ਲਿਖੀ ਸੀਗੀ। ਐਂਡ ਇਹ ਇੱਕ ਭਾਰਤੀ ਔਰਤ ਦੁਆਰਾ ਲਿਖੀ ਗਈ ਪਹਿਲੀ ਜਾਣੀ ਜਾਂਦੀ ਆਤਮ ਕਥਾ ਵੀ ਇਹਨੂੰ ਕਿਹਾ ਜਾਂਦਾ। ਇਹ ਜੇਕਰ ਆਪਾਂ ਰਸ ਸੁੰਦਰੀ ਦੀ ਗੱਲ ਕਰੀਏ ਤੇ ਇਹ ਇੱਕ ਅਮੀਰ ਜ਼ਿਮੀਂਦਾਰ ਦੇ ਪਰਿਵਾਰ ਵਿੱਚੋਂ ਇੱਕ ਘਰੇਲੂ ਔਰਤ ਹੈਗੇ ਸੀ। ਇਹਨਾਂ ਨੂੰ ਸਮਝ ਸਕਦੇ ਹੋ ਉਸ ਟਾਈਮ ਦੇ ਵਿੱਚ ਪੜ੍ਹਨ ਦੀ ਕੋਈ ਇੰਨੀ ਜ਼ਿਆਦਾ ਪਰਮਿਸ਼ਨ ਦਿੱਤੀ ਨਹੀਂ ਜਾਂਦੀ ਸੀਗੀ। ਕਿਉਂ ਨਹੀਂ ਪੜ੍ਹਨ ਦਿੱਤਾ ਜਾਂਦਾ ਸੀਗਾ? ਉਹਨਾਂ ਨੂੰ ਲੱਗਦਾ ਸੀਗਾ ਜੇਕਰ ਇਹ ਪੜ੍ਹਨਗੀਆਂ ਤੇ ਆਪਦੇ ਹਸਬੈਂਡ ਲਈ ਬੈਡ ਲੱਕ ਲੈ ਕੇ ਆਉਣਗੀਆਂ, ਜਿਹਦੇ ਕਰਕੇ ਇਹਨਾਂ ਨੂੰ ਪੜ੍ਹਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਸੀਗੀ। ਬਟ ਇੰਨੀਆਂ ਜ਼ਿਆਦਾ ਪ੍ਰੋਬਲਮਸ ਹੋਣ ਦੇ ਬਾਅਦ ਵੀ ਇਹਨਾਂ ਨੇ ਆਪਣੇ ਵਿਆਹ ਤੋਂ ਬਾਅਦ ਲੁਕ ਛਿਪ ਕੇ ਪੜ੍ਹਨਾ ਲਿਖਣਾ ਸਿੱਖ ਹੀ ਲਿਆ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਰੋਕੀਆ ਸਖਾਵਤ ਹੁਸੈਨ ਅਤੇ ਲੇਡੀ ਲੈਂਡ ਬਾਰੇ, ਉਸਦੇ ਸੁਪਨੇ। ਮਤਲਬ ਰੋਕੀਆ ਸਖਾਵਤ ਹੁਸੈਨ ਨਾਮ ਦੀ ਇੱਕ ਹੋਰ ਲੇਡੀ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਇੱਕ ਸੁਪਨਾ ਵੇਖਦੇ ਸੀਗੇ। ਆਪਾਂ ਜਸਟ ਘੱਟ ਜਿਹਾ ਡਿਸਕਸ ਕਰ ਲੈਂਦੇ ਹਾਂ ਕਿ ਰੋਕੀਆ ਸਖਾਵਤ ਹੁਸੈਨ 1880 ਵਿੱਚ ਇਹਨਾਂ ਦਾ ਜਨਮ ਹੋਇਆ। 1932 ਵਿੱਚ ਕਹਿ ਸਕਦੇ ਹਾਂ ਕਿ ਇਹਨਾਂ ਦੀ ਡੈਥ ਹੋਈ ਸੀਗੀ। ਇਹਨਾਂ ਦਾ ਜਨਮ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀਗਾ। ਜ਼ਮੀਨ ਇਹਨਾਂ ਕੋਲ ਵਾਧੂ ਸੀਗੀ। ਇਹਨਾਂ ਨੂੰ ਉਰਦੂ ਪੜ੍ਹਨਾ ਲਿਖਣਾ ਵੀ ਆਉਂਦਾ ਸੀਗਾ। ਬਟ ਜਦੋਂ ਇਹਨਾਂ ਨੇ ਬੰਗਲਾ ਅਤੇ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੂੰ ਰੋਕ ਦਿੱਤਾ ਗਿਆ। ਉਹਨਾਂ ਟਾਈਮ ਦੇ ਵਿੱਚ ਲੋਕਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਅੰਗਰੇਜ਼ੀ ਜਿਹੜੀ ਭਾਸ਼ਾ ਹੈਗੀ ਆ, ਜੇਕਰ ਇਹ ਸਿੱਖ ਗਈਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਫੀਮੇਲਸ ਹੈਗੀਆਂ ਨੇ, ਅਤੇ ਉਹਨਾਂ ਦੇ ਮਨ ਵਿੱਚ ਹੋਰ ਜ਼ਿਆਦਾ ਜਿਹੜੇ ਵਿਚਾਰ ਨੇ ਜੀ ਉਹ ਆ ਜਾਣਗੇ, ਐਂਡ ਜਿਹੜਾ ਕਿ ਆਪਣੇ ਲਈ ਠੀਕ ਨਹੀਂ ਰਹੂਗਾ। ਸੋ ਜਿਹਦੇ ਕਰਕੇ ਇਹਨਾਂ ਨੂੰ ਅੰਗਰੇਜ਼ੀ ਵਗੈਰਾ ਸਿੱਖਣ ਤੋਂ ਰੋਕਿਆ ਜਾਂਦਾ ਸੀ। ਐਂਡ ਇਹਨਾਂ ਨੇ 1905 ਵਿੱਚ ਸੁਲਤਾਨਾ ਦਾ ਜਿਹੜਾ ਸੁਪਨਾ, ਸਿਰਲੇਖ ਵਾਲੀ ਸੁਲਤਾਨਾ ਦਾ ਸੁਪਨਾ ਇੱਕ ਟਾਈਟਲ ਸੀਗਾ ਇੱਕ ਕਹਾਣੀ ਦਾ। ਉਹਨਾਂ ਨੇ ਇੱਕ ਕਮਾਲ ਦੀ ਕਹਾਣੀ ਲਿਖੀ ਸੀਗੀ ਜਦੋਂ ਇਹ 25 ਸਾਲ ਇਹਨਾਂ ਦੀ ਉਮਰ ਸੀਗੀ, ਜਿੱਥੇ ਇਹਨਾਂ ਨੇ ਇੱਕ ਲੇਡੀ ਲੈਂਡ ਨਾਮ ਦੀ ਇੱਕ ਜਗ੍ਹਾ ਦੀ ਕਲਪਨਾ ਦੇ ਵਿੱਚ ਇੱਕ ਜਗ੍ਹਾ ਬਣਾਈ, ਜਿੱਥੇ ਇਹਨਾਂ ਨੇ ਕਿਹਾ ਕਿ ਇੱਥੇ ਔਰਤਾਂ ਨੂੰ ਪੜ੍ਹਨ ਦੀ, ਕੰਮ ਕਰਨ ਅਤੇ ਬਦਲਾਂ ਤੋਂ ਮੀਂਹ ਨੂੰ ਕੰਟਰੋਲ ਕਰਨ ਅਤੇ ਹਵਾਈ ਕਾਰਾਂ ਉਡਾਉਣ ਵਰਗੀਆਂ ਕਾਢਾਂ ਬਣਾਉਣ ਦੀ ਆਜ਼ਾਦੀ ਸੀਗੀ। ਮਤਲਬ ਕਿ ਫੀਮੇਲਸ ਕੁਝ ਵੀ ਕਰ ਸਕਦੀਆਂ ਸੀ। ਇਹਨਾਂ ਨੇ ਕਹਾਣੀ ਦੇ ਵਿੱਚ, ਸੁਪਨੇ ਦੇ ਵਿੱਚ, ਮਤਲਬ ਕਿ ਜਿਹੜੀ ਇਹਨਾਂ ਨੇ ਕਿਤਾਬ ਦੇ ਵਿੱਚ ਕਹਾਣੀ ਲਿਖੀ ਸੀਗੀ, ਉਹਦੇ ਵਿੱਚ ਇਹਨਾਂ ਨੇ ਇਸ ਕਹਾਣੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕੀਤੀ ਹੈ। ਐਂਡ ਇਸ ਤੋਂ ਬਾਅਦ ਇਹਨਾਂ ਨੇ 1910 ਵਿੱਚ ਕੋਲਕਾਤਾ ਵਿੱਚ ਇਹਨਾਂ ਨੇ ਕੁੜੀਆਂ ਲਈ ਸਕੂਲ ਸ਼ੁਰੂ ਕੀਤਾ ਸੀਗਾ, ਜਿਹੜਾ ਕਿ ਅੱਜ ਦੇ ਟਾਈਮ ਵਿੱਚ ਵੀ ਚੱਲ ਰਿਹਾ ਆਪਾਂ ਕਹਿ ਸਕਦੇ ਹਾਂ। ਐਂਡ ਇਸ ਤੋਂ ਬਾਅਦ ਸੈਂਸਸ ਦੀ ਗੱਲ ਕੀਤੀ ਜਾਂਦੀ ਹੈ ਕਿ ਅੱਜ ਦੇ ਟਾਈਮ ਵਿੱਚ ਅੱਜ ਦੇ ਜਿਹੜੇ ਸਕੂਲ ਨੇ ਜੀ, ਸਿੱਖਿਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਫੀਮੇਲਸ ਮੇਲਸ ਦੋਨੋਂ ਜਾਣੇ, ਬॉयਜ਼ ਗਰਲਸ ਸਕੂਲ ਜਾਂਦੇ ਹੈਗੇ ਆ। ਲੜਕੀਆਂ ਅਤੇ ਲੜਕਿਆਂ ਦੀ ਜਿਹੜੀ ਸਿੱਖਿਆ ਹੈਗੀ ਆ, ਬਟ ਉਹਦੇ ਵਿੱਚ ਅਜੇ ਵੀ ਅੰਤਰ ਪਾਇਆ ਜਾਂਦਾ। ਤੁਸੀਂ ਵੇਖਿਆ ਹੋਣਾ ਕਿਤੇ ਨਾ ਕਿਤੇ ਮੁੰਡਿਆਂ ਦੀ ਸਿੱਖਿਆ ਵੱਲ ਜਿਹੜਾ ਪਰਿਵਾਰ ਹੁੰਦਾ ਆ ਉਹ ਜ਼ਿਆਦਾ ਥੋੜ੍ਹਾ ਜਿਹਾ ਧਿਆਨ ਦਿੰਦੇ ਆ। ਹੋ ਸਕਦਾ ਕਈ ਪਰਿਵਾਰਾਂ ਵਿੱਚ ਨਾ ਹੁੰਦਾ ਹੋਵੇ, ਬਟ ਕਈ ਥਾਵਾਂ 'ਤੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਉਹ ਮੁੰਡਿਆਂ ਨੂੰ ਪ੍ਰਾਇਓਰਟੀ ਦਿੰਦੇ ਆ। ਸੈਂਸਸ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਹਰ 10 ਸਾਲ ਬਾਅਦ ਕੀ ਕੀਤਾ ਜਾਂਦਾ ਆ, ਸਰਕਾਰ ਦੁਆਰਾ ਜਨਗਣਨਾ ਕਹਿ ਲਓ, ਸੈਂਸਸ ਕੰਡਕਟ ਕਰਵਾਇਆ ਜਾਂਦਾ, ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ, ਸਾਰੀ ਡਿਟੇਲ ਹੁੰਦੀ ਹੈ ਕਿ ਕੋਈ ਪਰਸਨ ਕੀ ਕੰਮ ਕਰਦਾ ਆ, ਐਂਡ ਕਿੰਨੀ ਕੁ ਪੜ੍ਹਾਈ ਉਹਨੇ ਕੀਤੀ ਹੋਈ ਆ, ਉਹਦੀ ਉਮਰ ਕਿੰਨੀ ਹੈਗੀ ਆ, ਜੈਂਡਰ ਕੀ ਆ ਉਹਦਾ, ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਜਾਂਦੀਆਂ ਨੇ ਜਦੋਂ ਸੈਂਸਸ ਕਰਵਾਇਆ ਜਾਂਦਾ। ਅਤੇ ਔਰਤਾਂ ਅਤੇ ਮਰਦਾਂ ਦਾ ਅਨੁਪਾਤ ਵੀ ਦੱਸਿਆ ਜਾਂਦਾ ਆ ਕਿ ਕਿੰਨੇ ਮੇਲਸ ਅਤੇ ਕਿੰਨੀਆਂ ਫੀਮੇਲਸ ਵੇਖਣ ਨੂੰ ਮਿਲਦੀਆਂ ਨੇ। ਇੱਥੇ ਇਹਨਾਂ ਨੇ ਗੱਲ ਕੀਤੀ ਹੈ 1961 ਦੀ ਜਨਗਣਨਾ ਦੇ ਅਨੁਸਾਰ ਲਗਭਗ 40% ਲੜਕੇ
ਅਤੇ ਪੁਰਸ਼ ਹਨ। ਭਾਵ ਇਹ ਕਿ 40% ਕੀ ਹੈਗੇ ਆ, ਉਹ ਬੱਚੇ ਹੈਗੇ ਆ ਐਂਡ ਜਿਹੜੇ ਵੱਡੇ ਪੁਰਸ਼ ਹੈਗੇ ਆ ਜਿਹੜੇ ਕਿ ਨਾਮ ਲਿਖ ਸਕਦੇ ਸੀਗੇ। ਭਾਵ ਇਹ ਕਿ ਸਿਰਫ 40% ਜਿਹੜੇ ਮੇਲ ਸੀਗੇ ਆਪ ਦਾ ਨਾਮ ਲਿਖ ਸਕਦੇ ਸੀਗੇ, ਜਾਂ ਫਿਰ ਕਹਿ ਸਕਦੇ ਹੋ ਲਿਟਰੇਟ ਸੀ, ਪੜ੍ਹੇ ਲਿਖੇ ਸੀ। ਆਲਦੋ ਆਪਾਂ ਇਹ ਨਹੀਂ ਕਵਾਂਗੇ ਕਿ ਪੜ੍ਹੇ ਲਿਖੇ ਸੀ, ਜਸਟ ਆਪਾਂ ਮੰਨ ਰਹੇ ਹਾਂ ਕਿ ਜਿਨ੍ਹਾਂ ਨੂੰ ਨਾਮ ਵੀ ਲਿਖਣਾ ਆਉਂਦਾ ਆ ਉਹ ਵੀ ਪੜ੍ਹੇ ਲਿਖੇ ਆ। ਸੋ ਉਸ ਅਕੋਰਡਿੰਗ ਸਿਰਫ 40% ਲੜਕੇ ਪੜ੍ਹੇ ਲਿਖੇ ਸੀਗੇ। ਬਟ ਉਹੀ ਜੇ ਆਪਾਂ ਫੀਮੇਲਸ ਦੀ ਗੱਲ ਕਰੀਏ ਤੇ ਇਹਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀ ਪ੍ਰਤੀਸ਼ਤ ਹੈਗੀ ਹੈ ਇਹ ਸਿਰਫ 15% ਹੈ। ਕਿ ਮਤਲਬ ਫੀਮੇਲਸ ਆਪਾਂ ਕਿਹੜੇ ਟਾਈਮ ਦੀ ਗੱਲ ਕਰ ਰਹੇ ਹਾਂ, 1961 ਦੀ ਗੱਲ ਕਰ ਰਹੇ ਹਾਂ। 1961 ਦੇ ਵਿੱਚ ਸਿਰਫ 15% ਜਿਹੜੀਆਂ ਫੀਮੇਲ ਸੀਗੀਆਂ, ਔਰਤਾਂ ਸੀਗੀਆਂ, ਉਹ ਪੜ੍ਹੀਆਂ ਲਿਖੀਆਂ ਸੀਗੀਆਂ, ਜਿਹੜੇ ਕਿ ਮੰਨ ਲਓ ਕਿ ਨਾਮ ਵਗੈਰਾ ਲਿਖ ਸਕਦੇ ਸੀਗੇ। ਬਟ 2011 ਦੀ ਜਦੋਂ ਆਪਾਂ ਗਿਣਤੀ ਵੇਖਦੇ ਹਾਂ ਤੇ ਇਹਦੇ ਵਿੱਚ ਜਿਹੜੇ ਪੁਰਸ਼ ਹੈਗੇ ਆ, ਮੇਲ ਹੈਗੇ ਆ, ਇਹ ਤਾਂ 82% ਇਹਨਾਂ ਦਾ ਲਿਟਰੇਸੀ ਰੇਟ ਹੈਗਾ ਆ, ਪੜ੍ਹੇ ਲਿਖੇ ਹੈਗੇ ਆ। ਤੇ ਲੜਕੀਆਂ ਦੀ ਤੇ ਔਰਤਾਂ ਦੀ ਕਿੰਨੀ ਹੈਗੀ ਆ, ਇਹ 65% ਹੈ। ਨੋ ਡਾਊਟ 1961 ਦੇ ਕੰਪੈਰੀਜ਼ਨ ਮੇਲ ਤੇ ਫੀਮੇਲ ਦੋਨਾਂ ਦਾ ਹੀ ਜਿਹੜਾ ਅਨੁਪਾਤ ਹੈਗਾ ਆ ਜਾਂ ਫਿਰ ਪ੍ਰਤੀਸ਼ਤ ਹੈਗਾ ਆ, ਵਧਿਆ ਆ। ਬਟ ਤੁਸੀਂ ਫੀਮੇਲ ਦਾ ਦੇਖੋ ਅਜੇ ਵੀ 65 ਹੈ, ਜਿਹੜਾ ਕਿ ਕਾਫੀ ਕਹਿ ਸਕਦੇ ਹਾਂ ਘੱਟ ਹੀ ਆ ਅਜੇ ਵੀ। ਐਂਡ ਕਈ ਵਾਰ SC ਬੱਚੇ ਜਾਂ ਫਿਰ ਕੈਟੇਗਰੀ ਵਾਲੇ ਜਿਹੜੇ ਬੱਚੇ ਹੁੰਦੇ ਨੇ, ST ਬੱਚੇ, ਮੁਸਲਿਮ ਭਾਈਚਾਰੇ ਦੇ ਬੱਚੇ, ਸਕੂਲਾਂ ਦੇ ਵਿੱਚ ਇਹਨਾਂ ਦਾ ਡ੍ਰੌਪ ਆਊਟ ਦਰ ਕਾਫੀ ਜ਼ਿਆਦਾ ਹੁੰਦੀ ਹੈ। ਇਹਦੇ ਕਾਫੀ ਸਾਰੇ ਰੀਜ਼ਨਸ ਵੀ ਦੱਸੇ ਹੋਏ ਆ ਇਹਨਾਂ ਨੇ ਕਿਹਾ ਕਿ ਕਈ ਵਾਰ ਟੀਚਰ ਨਹੀਂ ਪੂਰੇ ਹੁੰਦੇ, ਕਈ ਵਾਰ ਜਿਹੜਾ ਸਕੂਲ ਹੁੰਦਾ ਆ ਉਹ ਬੱਚਿਆਂ ਦੇ ਘਰ ਤੋਂ ਕਾਫੀ ਜ਼ਿਆਦਾ ਦੂਰ ਹੁੰਦਾ, ਕਈ ਵਾਰ ਬੱਸ ਫੈਸਿਲਿਟੀਜ਼ ਜਾਂ ਫਿਰ ਵੈਨ ਫੈਸਿਲਿਟੀਜ਼ ਨਹੀਂ ਅਵੇਲੇਬਲ ਹੁੰਦੀਆਂ। ਕਿੰਨੇ ਸਾਰੇ ਰੀਜ਼ਨਸ ਹੋਣ ਕਰਕੇ ਇਹਨਾਂ ਦੀ ਸਿੱਖਿਆ ਵਿੱਚ, ਫੀਮੇਲ ਦੀ ਸਿੱਖਿਆ ਵਿੱਚ ਜਿਹੜਾ ਅੰਤਰ ਹੈਗਾ ਆ, ਫਰਕ ਹੈਗਾ ਆ, ਇਹ ਤੁਹਾਨੂੰ ਵੇਖਣ ਨੂੰ ਮਿਲਦਾ। ਐਂਡ ਕਈ ਵਾਰ ਆਪਾਂ ਕੁਝ ਪਰਿਵਾਰਾਂ ਵਿੱਚ ਵੇਖਦੇ ਹਾਂ ਕਿ ਜਿਹੜੇ ਮਾਪਿਓ ਹੁੰਦੇ ਨੇ, ਪਹਿਲੀ ਗੱਲ ਤਾਂ ਉਹਨਾਂ ਕੋਲ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਪੈਸੇ ਨਹੀਂ ਹੁੰਦੇ। ਬਟ ਜਦੋਂ ਹੋਣਗੇ ਉਹ ਮੇਲ ਜਿਹੜਾ ਬੱਚਾ ਹੋਊਗਾ ਉਹਦੇ 'ਤੇ ਜ਼ਿਆਦਾ ਧਿਆਨ ਦੇਣਗੇ ਐਜ਼ ਕੰਪੇਅਰ ਟੂ ਗਰਲਸ। ਐਂਡ ਕਈ ਵਾਰ ਡਿਸਕ੍ਰਿਮੀਨੇਸ਼ਨ, ਵਿਤਕਰਾ ਵੀ ਜਿਹੜਾ ਹੈਗਾ ਆ ਅਧਿਆਪਕਾਂ ਦੁਆਰਾ ਕੀਤਾ ਜਾਂਦਾ, ਟੀਚਰਸ ਦੁਆਰਾ ਕੀਤਾ ਜਾਂਦਾ ਸਟੂਡੈਂਟਸ ਦੇ ਨਾਲ। ਓਮ ਪ੍ਰਕਾਸ਼ ਵਾਲਮੀਕੀ ਜੀ ਨੇ ਜੂਠਨ ਨਾਮ ਦੀ ਇੱਕ ਕਹਿ ਸਕਦੇ ਹਾਂ ਆਟੋਬਾਇਓਗ੍ਰਾਫੀ ਲਿਖੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰਲੀ ਦੱਸੀਆਂ ਹੋਈਆਂ ਸੀ। ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਵੀ ਕਾਫੀ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸੀ, ਜਿਹਦੇ ਵਿੱਚ ਉਹ ਆਪਦੇ ਕੁਝ ਇਨਸੀਡੈਂਟ ਬਾਰੇ ਦੱਸਦੇ ਆ, ਜਿੱਥੇ ਉਹ ਦੱਸਦੇ ਆ ਕਿ ਉਹਨਾਂ ਨਾਲ ਕਿਵੇਂ ਵਿਤਕਰਾ ਕੀਤਾ ਗਿਆ, ਉਹਨਾਂ ਨੂੰ ਥੱਲੇ ਬੈਠਣਾ ਪੈਂਦਾ ਸੀਗਾ, ਕਿਵੇਂ ਅਧਿਆਪਕ ਕੋਈ ਵੀ ਕੁਝ ਵੀ ਕਹਿ ਕੇ ਚਲਾ ਜਾਂਦਾ ਸੀ। ਸੋ ਇਸ ਤਰ੍ਹਾਂ ਕਰਕੇ ਵੀ ਜਿਹੜਾ ਤੁਹਾਨੂੰ ਥੋੜ੍ਹਾ ਬਹੁਤ ਡਿਫਰੈਂਸ ਵੇਖਣ ਨੂੰ ਮਿਲਦਾ ਆ ਕਿ ਬੱਚੇ ਪੜ੍ਹ ਲਿਖ ਨਹੀਂ ਪਾਉਂਦੇ। ਐਂਡ ਇੱਕ ਗੱਲ ਹੋਰ ਨੋਟ ਕਰ ਲਿਓ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜਾ ਕਹਿ ਸਕਦੇ ਹਾਂ ਕਿ ਜਿਹੜੀ ਮੁਹਿੰਮ ਹੈਗੀ ਆ ਇਹ 2014 ਵਿੱਚ ਸ਼ੁਰੂ ਕੀਤੀ ਗਈ ਸੀ। ਹੁਣ ਆਪਾਂ ਗੱਲ ਕਰਦੇ ਹਾਂ ਔਰਤਾਂ ਦੀ ਲਹਿਰ। ਔਰਤਾਂ ਦੀ ਜਿਹੜੀ ਲਹਿਰ ਹੈਗੀ ਆ, ਜੇਕਰ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਟਾਈਮ ਵਿੱਚ ਜਿਹੜੀਆਂ ਔਰਤਾਂ ਹੈਗੀਆਂ ਨੇ, ਲੜਕੀਆਂ ਹੈਗੀਆਂ ਨੇ, ਇਹਨਾਂ ਦੀ ਜ਼ਿੰਦਗੀ ਵਿੱਚ ਕਾਫੀ ਸਾਰੇ ਸੁਧਾਰ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ। ਕਿਸੇ ਵੀ ਫੀਲਡ ਵਿੱਚ ਵੇਖ ਲਓ, ਕਾਨੂੰਨੀ ਸੁਧਾਰ ਵੇਖ ਲਓ, ਹਿੰਸਾ ਅਤੇ ਸਿਹਤ ਵੇਖ ਲਓ ਤੁਸੀਂ, ਔਰਤਾਂ ਅਤੇ ਲੜਕੀਆਂ ਦੀ ਜਿਹੜੀ ਸਥਿਤੀ ਹੈਗੀ ਆ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸੁਧਾਰ ਹੈਗਾ ਜੀ ਇਹ ਵੇਖਣ ਨੂੰ ਮਿਲਦਾ ਆ। ਬਟ ਕੀ ਇਹ ਸੁਧਾਰ ਆਪਣੇ ਆਪ ਹੋ ਗਿਆ? ਬਿਲਕੁਲ ਨਹੀਂ। ਔਰਤਾਂ ਨੇ ਲਹਿਰ ਚਲਾਈ, ਸਰਕਾਰ ਦੇ ਖਿਲਾਫ ਕਹਿ ਸਕਦੇ ਹਾਂ ਪ੍ਰੋਟੈਸਟ ਕੀਤਾ ਕਿ ਸਾਨੂੰ ਵੀ ਇਹ ਹੱਕ ਦਿੱਤੇ ਜਾਣ। ਲੋਕਾਂ ਖਿਲਾਫ ਕਹਿ ਸਕਦੇ ਹਾਂ ਕਿ ਇਹਨਾਂ ਨੇ ਸੰਘਰਸ਼ ਕੀਤਾ। ਇਹ ਤਬਦੀਲੀਆਂ ਲਿਆਉਣ ਲਈ ਇਹਨਾਂ ਨੇ ਕਿੰਨੇ ਸਾਰੇ ਸੰਘਰਸ਼ ਕੀਤੇ, ਕਿੰਨੇ ਸਾਰੇ ਅੰਦੋਲਨ ਕੀਤੇ, ਫਿਰ ਜਾ ਕੇ ਇਹਨਾਂ ਨੂੰ ਇਹ ਜਿਹੜੀਆਂ ਸਹੂਲਤਾਵਾਂ ਨੇ, ਇਹ ਜਿਹੜੇ ਵੱਖਰੇ ਕਾਨੂੰਨ ਨੇ, ਇਹ ਔਰਤਾਂ ਨੂੰ ਦਿੱਤੇ ਗਏ ਆ। ਜਿਵੇਂ ਇਹਨਾਂ ਦੇ ਪ੍ਰਚਾਰ ਕਰਨ ਨਾਲ, ਲਹਿਰ ਚਲਾਉਣ ਨਾਲ, ਅੰਦੋਲਨ ਕਰਨ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਕਾਨੂੰਨ ਹੈਗਾ ਆ ਪਾਸ ਕੀਤਾ ਗਿਆ ਸੀਗਾ ਕਿ 2006 ਦਾ ਇੱਕ ਜਿਹੜਾ ਕਾਨੂੰਨ ਹੈਗਾ ਆ, ਵੈਸੇ ਇਹ ਕਿਹੜਾ ਕਾਨੂੰਨ ਹੈ? ਡੋਮੈਸਟਿਕ ਵਾਇਲੈਂਸ ਦੇ ਵਿਰੁੱਧ ਕਾਨੂੰਨ। ਘਰੇਲੂ ਹਿੰਸਾ ਜਦੋਂ ਕੀਤੀ ਜਾਂਦੀ ਹੈ ਤੇ ਇਹਦੇ ਖਿਲਾਫ ਇੱਕ ਕਾਨੂੰਨ ਪਾਸ ਕੀਤਾ ਗਿਆ ਸੀਗਾ, ਜਿਹੜਾ ਕਿ 2006 ਵਿੱਚ ਪਾਸ ਕੀਤਾ ਗਿਆ ਸੀ। ਇਹ ਗੱਲ ਯਾਦ ਕਰ ਲਿਓ ਕਿ 2006 ਵਿੱਚ ਘਰੇਲੂ ਹਿੰਸਾ ਜਿਹੜਾ ਕਾਨੂੰਨ ਹੈਗਾ ਆ ਪਾਸ ਕੀਤਾ ਗਿਆ ਸੀ, ਜਿਸ ਦੇ ਅਕੋਰਡਿੰਗ ਜੇ ਕੋਈ ਵੀ ਔਰਤਾਂ ਨਾਲ ਆਪਣੇ ਘਰਾਂ ਦੇ ਅੰਦਰ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਜੇਕਰ ਇਹਨਾਂ ਔਰਤਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਕਾਨੂੰਨੀ ਸੁਰੱਖਿਆ ਦਿੱਤੀ ਜਾਊਗੀ। ਐਂਡ ਜਿਹੜਾ ਪਰਸਨ ਇਹਨਾਂ ਫੀਮੇਲਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਉਹਨਾਂ ਨੂੰ ਸਜ਼ਾ ਵੀ ਮਿਲੇਗੀ। ਸੋ ਇਸੇ ਤਰ੍ਹਾਂ ਹੀ 1997 ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀਗੇ। ਕੀ ਦਿਸ਼ਾ ਨਿਰਦੇਸ਼ ਦਿੱਤੇ ਸੀਗੇ? ਕਿ
ਮਹਿਲਾ ਨਾਲ ਲੜਕੀਆਂ ਨਾਲ ਜੇਕਰ ਕਿਸੇ ਵੀ ਵਿਦਿਅਕ ਸੰਸਥਾਵਾਂ ਤੇ ਜਾਂ ਫਿਰ ਕੰਮ ਵਾਲੀ ਜਗ੍ਹਾ ਤੇ ਮੰਨ ਲਓ ਕੋਈ ਫੀਮੇਲ ਹੈਗੀ ਆ ਕੰਮ ਕਰਨ ਜਾਂਦੀ ਆ ਕਿਤੇ ਵੀ, ਜੇਕਰ ਇਹਨਾਂ ਨਾਲ ਸੈਕਸ਼ੂਅਲ ਹਰਾਸਮੈਂਟ ਕੀਤੀ ਜਾਂਦੀ ਹੈ ਤਾਂ ਉਸ ਪਰਸਨ ਨੂੰ ਪਨਿਸ਼ਮੈਂਟ ਦਿੱਤੀ ਜਾਊਗੀ। ਸੋ ਵੇਖ ਰਹੇ ਹੋ ਨਾ, ਮਤਲਬ ਫੀਮੇਲ ਦੇ ਪੱਖ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਆ। ਕਿਉਂ ਬਣਾਏ ਜਾ ਰਹੇ ਆ? ਕਿਉਂਕਿ ਫੀਮੇਲਸ ਨੇ ਸੰਘਰਸ਼ ਕੀਤਾ ਇਹਨਾਂ ਕਾਨੂੰਨਾਂ ਲਈ। ਮਹਿਲਾ ਅੰਦੋਲਨ ਦੀ ਸਰਗਰਮ ਮੈਂਬਰ ਸੱਤਿਆ ਰਾਣੀ ਦੀ ਇੱਕ ਫੋਟੋ ਹੈਗੀ ਆ ਕਿ ਇਹਨਾਂ ਦੀ ਜਿਹੜੀ ਲੜਕੀ ਸੀਗੀ ਡਾਉਰੀ ਕਰਕੇ, ਦਾਜ ਕਰਕੇ ਇਹਨਾਂ ਦੀ ਲੜਕੀ ਦਾ ਕਹਿ ਸਕਦੇ ਹਾਂ ਕਤਲ ਕਰ ਦਿੱਤਾ ਗਿਆ ਸੀਗਾ। ਸੋ ਇਨਸਾਫ ਲੈਣ ਲਈ ਇਹ ਕੀ ਕਰ ਰਿਹਾ? ਕਾਨੂੰਨੀ ਲੜਾਈ ਦੌਰਾਨ ਇਕੱਠੇ ਹੋਏ ਕਾਨੂੰਨੀ ਫਾਈਲਾਂ ਨਾਲ ਘੇਰੀ ਸੁਪਰੀਮ ਕੋਰਟ ਦੀਆਂ ਪੌੜੀਆਂ ਤੇ ਬੈਠੀ ਹੋਈ, ਇਸ ਤਰ੍ਹਾਂ ਮਤਲਬ ਵਿਖਾਇਆ ਹੋਇਆ। ਐਂਡ 1980 ਦੇ ਟਾਈਮ ਦੇ ਵਿੱਚ ਕੀ ਕੀਤਾ ਗਿਆ? ਜਿਹੜੀਆਂ ਦੇਸ਼ ਭਰ ਦੀਆਂ ਔਰਤਾਂ ਸੀਗੀਆਂ ਉਹਨਾਂ ਨੇ ਡਾਉਰੀ ਕਰਕੇ ਜਿਹੜੇ ਕਤਲ ਜਾਂ ਫਿਰ ਮੌਤਾਂ ਹੋ ਰਹੀਆਂ ਸੀ ਇਹਦੇ ਵਿਰੁੱਧ ਆਵਾਜ਼ ਉਠਾਈ। ਇਹਨਾਂ ਨੇ ਸੜਕਾਂ ਤੇ ਆ ਕੇ ਅਦਾਲਤਾਂ ਤੱਕ ਪਹੁੰਚ ਕਰਕੇ ਜਾਣਕਾਰੀ ਸਾਂਝੀ ਕਰਕੇ ਅਜਿਹਾ ਕੀਤਾ। ਬਾਅਦ ਵਿੱਚ ਇਹ ਕਹਿੰਦੇ ਵੀ ਜਨਤਕ ਮੁੱਦਾ ਬਣ ਗਿਆ ਤੇ ਦਾਜ ਦੀ ਮੰਗ ਕਰਨ ਵਾਲੇ ਪਰਿਵਾਰਾਂ ਨੂੰ ਜਿਹੜਾ ਦਾਜ ਦਾ ਕਾਨੂੰਨ ਬਣਿਆ ਸੀਗਾ, ਕਹਿ ਸਕਦੇ ਹਾਂ ਕਿ ਸਜ਼ਾ ਦੇਣ ਲਈ ਦਾਜ ਕਾਨੂੰਨ ਨੂੰ ਬਦਲ ਦਿੱਤਾ ਗਿਆ ਸੀਗਾ। ਸੋ ਮਤਲਬ ਥੋੜ੍ਹਾ ਜਿਹਾ ਸਟ੍ਰਿਕਟ ਕਰ ਦਿੱਤਾ ਗਿਆ ਹੋਣਾ। ਐਂਡ ਜਿਹੜੇ ਮਹਿਲਾ ਅੰਦੋਲਨ ਹੁੰਦੇ ਨੇ ਜੀ, ਇਹ ਕੀ ਕਰਦੇ ਨੇ? ਇਹ ਔਰਤਾਂ ਦੇ ਅਧਿਕਾਰਾਂ ਦੇ ਮੁੱਦਿਆਂ ਤੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ, ਜਿਹਦੇ ਵਿੱਚ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੇਕਰ ਤੁਹਾਡੇ ਨਾਲ ਗਲਤ ਹੋ ਰਿਹਾ ਤੇ ਤੁਹਾਨੂੰ ਅੱਜ ਸਟੈਂਡ ਲੈਣਾ ਚਾਹੀਦਾ ਆ, ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ। ਸੋ ਕੁਝ ਗੀਤਾਂ ਰਾਹੀਂ, ਮੀਟਿੰਗਾਂ ਰਾਹੀਂ ਇਹ ਆਪਦੇ ਜਿਹੜੇ ਮੈਸੇਜ ਨੇ ਜੀ ਸਪਰੈਡ ਕਰਦੇ ਆ। ਐਂਡ ਇੱਕ ਹੋਰ ਜਿਹੜੀ ਡੇਟ ਹੈਗੀ ਆ ਜੀ, ਕਾਫੀ ਇੰਪੋਰਟੈਂਟ ਡੇਟ, 8 ਮਾਰਚ ਨੂੰ ਤੁਸੀਂ ਯਾਦ ਕਰ ਲੈਣਾ ਆ। 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ। ਇਸ ਦਿਨ ਦੁਨੀਆ ਭਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਆਪਦੇ ਸੰਘਰਸ਼ਾਂ ਨੂੰ ਮਨਾਉਣ ਅਤੇ ਨਵਿਆਉਣ ਲਈ ਇਕੱਠੇ ਆਉਂਦੀਆਂ ਹੈਗੀਆਂ ਜੀ। ਸੋ ਇਸ ਗੱਲ ਨੂੰ ਵੀ ਤੁਸੀਂ ਯਾਦ ਕਰ ਲੈਣਾ ਆ। ਸੋ ਇਹ ਆਪਣਾ ਚੈਪਟਰ ਸੀ। ਹੋਪ ਸੋ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗ ਗਈਆਂ ਹੋਣੀਆਂ। ਜੇਕਰ ਸਾਰੀਆਂ ਗੱਲਾਂ ਸਮਝ ਲੱਗ ਗਈਆਂ ਸੀ ਤੇ ਪਲੀਜ਼ ਇੱਕ ਲਾਈਕ ਦਾ ਬਟਨ ਪ੍ਰੈਸ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।